ਪਿਆਰੇ ਬੱਚਿਓ, ਅੱਜ ਆਪਾਂ ਸਿੱਖਣ ਪਰਿਣਾਮਾਂ ਆਧਾਰਿਤ ਅਭਿਆਸ ਪੁਸਤਕ ਜਮਾਤ ਤੀਸਰੀ ਦਾ ਪੰਜਾਬੀ ਵਿਸ਼ਾ ਕਰਾਂਗੇ। ਪੰਜਾਬੀ ਵਿਸ਼ਾ ਦੀ ਆਪਾਂ ਵਰਕਸ਼ੀਟ ਨੰਬਰ 1 ਕਰ ਚੁੱਕੇ ਹਾਂ। ਅੱਜ ਆਪਾਂ ਵਰਕਸ਼ੀਟ ਨੰਬਰ 2 ਕਰਾਂਗੇ, ਜੋ ਕਿ ਤੁਹਾਡੇ ਪੰਨਾ ਨੰਬਰ 3 ਤੇ ਪੰਨਾ ਨੰਬਰ 4 ਤੇ ਹੈ। ਸਾਰੇ ਬੱਚੇ ਆਪਣੀ ਵਰਕਸ਼ੀਟ ਦਾ ਪੇਜ ਨੰਬਰ 3 ਖੋਲ ਲਓ। ਬੱਚੋ, ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਤੁਹਾਡਾ, ਲੱਕੜਾਂ ਕੱਟਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ। ਇੱਕ ਬੱਚੋ ਤੁਸੀਂ ਇਹਦੇ 'ਚ ਇਹ ਧਿਆਨ ਰੱਖਣਾ ਹੈ, ਜਿਹਦੇ ਵੀ ਪੈਰ ਦੇ ਵਿੱਚ ਬਿੰਦੀ ਲੱਗੀ ਹੁੰਦੀ ਹੈ ਉਹਨੂੰ ਜਦੋਂ ਆਪਾਂ ਬੋਲਣਾ ਹੈ ਤਾਂ ਥੋੜਾ ਠੀਕ ਜੀਭ ਉਲਟਾ ਕੇ ਬੋਲਣਾ ਹੈ। ਜਿਵੇਂ ਹੁਣ ਦੇਖੋ ਇੱਥੇ ਕੱਟਣ ਵਾਲੇ, ਇੱਕ ਹੁੰਦਾ ਵਾਲੇ। ਜਦੋਂ ਵਾਲੇ ਆਪਾਂ ਬੋਲਦੇ ਹਾਂ ਤਾਂ ਲੱਲੇ ਪੈਰ ਬਿੰਦੀ ਨਹੀਂ, ਹੁਣ ਇੱਥੇ ਲੱਲੇ ਪੈਰ ਬਿੰਦੀ ਲੱਗੀ ਹੋਈ ਹੈ ਤਾਂ ਵਾਲੇ ਕਹਿਣਾ ਆਪਾਂ। ਲੱਕੜਾਂ ਕੱਟਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ। ਜਿਹੜਾ ਲੱਕੜਾਂ ਕੱਟਦਾ ਉਹਨੂੰ ਆਪਾਂ ਕੀ ਕਹਿੰਦੇ ਆ। ਊੜੇ ਤੇ ਲਿਖਿਆ ਸ਼ਿਕਾਰੀ, ਐੜੇ ਤੇ ਲਿਖਿਆ ਲੱਕੜਹਾਰਾ, ਈੜੀ ਤੇ ਧੋਬੀ, ਸੱਸੇ ਤੇ ਮੋਚੀ। ਤਾਂ ਇਹਦਾ ਸਹੀ ਉੱਤਰ ਕੀ ਹੈ, ਲੱਕੜਹਾਰਾ। ਆਪਾਂ ਲੱਕੜਹਾਰਾ ਕਿੱਥੇ ਲਿਖਿਆ ਹੋਇਆ ਹੈ, ਐੜੇ ਤੇ ਹੈ, ਐੜੇ ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਦੂਜਾ ਪ੍ਰਸ਼ਨ ਹੈ, ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਊੜੇ ਤੇ ਲਿਖਿਆ ਦੇਖੋ, ਘਰਾਂ ਨੂੰ ਹਰਾ ਰੰਗ ਕਰਨਾ ਚਾਹੀਦਾ ਹੈ। ਘਰਾਂ ਨੂੰ ਹਰਾ ਰੰਗ ਕਰਨ ਨਾਲ ਕੋਈ ਧਰਤੀ ਹਰੀ ਭਰੀ ਤਾਂ ਨਹੀਂ ਹੋ ਜਾਊਗੀ, ਗਲਤ ਹੈ ਇਹ। ਐੜੇ ਤੇ ਹੈ, ਘਾਹ ਲਗਾਉਣਾ ਚਾਹੀਦਾ ਹੈ। ਘਾਹ ਲਗਾਉਣਾ ਚਾਹੀਦਾ, ਉਹਦੇ ਨਾਲ ਘਾਹ ਤਾਂ ਲਗਾਉਣਾ ਚਾਹੀਦਾ ਪਰ ਧਰਤੀ ਹਰੀ ਭਰੀ ਨਹੀਂ ਹੋ ਜੂ ਇੰਨੇ ਨਾਲ ਹੀ ਬੱਚੋ। ਈੜੀ ਤੇ ਲਿਖਿਆ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਲਗਾਉਣੇ ਚਾਹੀਦੇ ਹਨ, ਇਹ ਠੀਕ ਹੈ। ਸੱਸੇ ਤੇ ਕੁਝ ਨਹੀਂ ਕਰਨਾ ਚਾਹੀਦਾ, ਕੁਝ ਨਹੀਂ ਕਰਨਾ ਚਾਹੀਦਾ, ਇਹ ਤਾਂ ਹੋ ਨਹੀਂ ਸਕਦਾ। ਈੜੀ ਸਹੀ ਹੈ, ਰੁੱਖ ਲਗਾਉਣੇ ਚਾਹੀਦੇ ਹੈ ਸਾਨੂੰ। ਰੁੱਖ ਦੇ ਉੱਪਰ ਆਪਾਂ ਈੜੀ ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾਵਾਂਗੇ। ਤੀਸਰਾ ਹੈ, ਜੰਗਲ ਸਾਨੂੰ ਕੀ ਦਿੰਦੇ ਹਨ। ਬੱਚੋ ਦੇਖੋ ਇੱਥੇ ਵੀ ਜੰਗਲ ਦੇ ਵਿੱਚ ਲੱਲੇ ਪੈਰ ਬਿੰਦੀ ਹੈ, ਤਾਂ ਇਹ ਜਦੋਂ ਵੀ ਤੁਸੀਂ ਕੁਝ ਪੜ੍ਹਦੇ ਹੋ ਪੰਜਾਬੀ ਦਾ, ਅੱਖਰਾਂ ਨੂੰ ਧਿਆਨ ਰੱਖਿਆ ਕਰੋ, ਸ਼ਬਦਾਂ ਨੂੰ ਕਿਹੜੇ ਅੱਖਰ ਦੇ ਨੀਚੇ ਬਿੰਦੀ ਲੱਗੀ ਹੋਈ ਹੈ ਤਾਂ ਉਹਨੂੰ ਅਸੀਂ ਬੋਲਣਾ ਕਿਵੇਂ। ਤਾਂ ਜੰਗਲ ਸਾਨੂੰ ਕੀ ਦਿੰਦੇ ਹਨ, ਊੜੇ ਤੇ ਕੀ ਲਿਖਿਆ, ਲੱਕੜ। ਲੱਕੜ ਦਿੰਦੇ ਆ ਸਾਨੂੰ ਜੰਗਲ, ਠੀਕ ਹੈ। ਐੜੇ ਤੇ ਲਿਖਿਆ ਸਾਫ਼ ਹਵਾ, ਸਾਫ਼ ਹਵਾ ਵੀ ਦਿੰਦੇ ਹੈ। ਦੇਖੋ ਬੱਚੋ ਹੁਣ ਸਾਫ਼ ਦੇ ਵਿੱਚ ਵੀ ਫੱਫੇ ਦੇ ਪੈਰ 'ਚ ਬਿੰਦੀ ਹੈ ਤਾਂ ਆਪਾਂ ਸਾਫ਼ ਬੋਲਣਾ, ਠੀਕ ਹੈ, ਸਾਫ਼ ਹਵਾ। ਈੜੀ ਤੇ ਲਿਖਿਆ ਜੜੀਆਂ ਬੂਟੀਆਂ, ਜੜੀਆਂ ਬੂਟੀਆਂ ਵੀ ਮਿਲਦੀਆਂ ਨੇ। ਸੱਸੇ ਤੇ ਲਿਖਿਆ ਇਹ ਸਭ ਕੁਝ, ਤਾਂ ਸਾਨੂੰ ਜੰਗਲ ਤੋਂ ਇਹ ਸਭ ਕੁਝ ਮਤਲਬ ਕੀ ਮਿਲਦਾ ਹੈ, ਲੱਕੜ ਮਿਲਦੀ ਹੈ, ਸਾਫ਼ ਹਵਾ ਮਿਲਦੀ ਹੈ, ਜੜੀਆਂ ਬੂਟੀਆਂ ਵੀ ਮਿਲਦੀਆਂ। ਇਸੇ ਕਰਕੇ ਆਪਾਂ ਸੱਸੇ ਤੇ ਨਿਸ਼ਾਨੀ ਲਾ ਦੇਣੀ ਹੈ। ਅੱਗੇ ਚੱਲਦੇ ਹਾਂ ਬੱਚੋ ਆਪਾਂ ਚੌਥੇ ਪ੍ਰਸ਼ਨ ਦੇ ਉੱਪਰ। ਚੌਥੇ ਪ੍ਰਸ਼ਨ 'ਚ ਇਹ ਕਹਿ ਰਹੇ ਹੈ, ਬਿਰਖੂ ਤੂੰ ਲੱਕੜਾਂ ਕੱਟਣ ਦੇ ਨਾਲ ਨਾਲ, ਹੁਣ ਦੇਖੋ ਲੱਲੇ ਪੈਰ ਬਿੰਦੀ ਇੱਥੇ ਫੇਰ ਹੈ ਤਾਂ ਹੀ ਆਪਾਂ ਬੋਲਣਾ ਨਾਲ ਨਾਲ ਡੈਸ਼ ਵੀ ਲਗਾਇਆ ਕਰ। ਤਾਂ ਇਹ ਤੁਹਾਡੇ ਪਾਠ 'ਚ ਆਇਆ ਸੀ ਨਾ, ਬਿਰਖੂ ਜਿਹੜਾ ਲੱਕੜਹਾਰਾ ਸੀ ਉਹਨੂੰ ਕੀ ਕਿਹਾ ਸੀਗਾ, ਲੱਕੜਾਂ ਕੱਟਣ ਦੇ ਨਾਲ ਨਾਲ ਕੀ ਕਰਿਆ ਕਰ, ਰੁੱਖ ਵੀ ਲਗਾਇਆ ਕਰ। ਊੜੇ ਤੇ ਲਿਖਿਆ ਪੱਥਰ, ਪੱਥਰ ਤਾਂ ਨਹੀਂ ਲਗਾਉਣ ਨੂੰ ਕਿਹਾ ਸੀ। ਐੜੇ ਤੇ ਲਿਖਿਆ ਕਿਨਾਰੇ, ਕਿਨਾਰੇ ਵੀ ਨਹੀਂ ਸੀ ਕਿਹਾ। ਈੜੀ ਤੇ ਲਿਖਿਆ ਰੁੱਖ, ਰੁੱਖ ਕਿਹਾ ਸੀ। ਸੱਸੇ ਤੇ ਕਹਿੰਦਾ ਇਹਨਾਂ ਵਿੱਚੋਂ ਕੋਈ ਨਹੀਂ, ਇਹ ਵੀ ਨਹੀਂ। ਤਾਂ ਈੜੀ ਤੇ ਰੁੱਖ ਜਿਹੜਾ ਲਿਖਿਆ ਅਸੀਂ ਉਹਦੇ ਤੇ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਪੰਜਵੇਂ ਤੇ ਲਿਖਿਆ ਬੱਚੋ, ਪੰਜਵਾਂ ਪ੍ਰਸ਼ਨ ਹੈ, ਸਾਨੂੰ ਸੜਕ ਤੇ ਚੱਲਣ ਸਮੇਂ ਡੈਸ਼ ਹੈ। ਕੀ ਕਰਨਾ ਚਾਹੀਦਾ ਸਾਨੂੰ ਸੜਕ ਤੇ ਚੱਲਣ ਸਮੇਂ। ਊੜੇ ਤੇ ਲਿਖਿਆ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ, ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਨਾ। ਐੜੇ ਤੇ ਲਿਖਿਆ ਮਨਮਰਜ਼ੀ ਕਰਨੀ ਚਾਹੀਦੀ ਹੈ, ਇਹ ਤਾਂ ਗਲਤ ਹੈ। ਮਨਮਰਜ਼ੀ ਜੇ ਕਰਾਂਗੇ ਤਾਂ ਦੁਰਘਟਨਾ ਵੀ ਹੋ ਜਾਏਗੀ। ਈੜੀ ਤੇ ਲਿਖਿਆ ਭੱਜਣਾ ਚਾਹੀਦਾ ਹੈ, ਭੱਜਣ ਨਾਲ ਵੀ ਬੇਟੇ ਐਕਸੀਡੈਂਟ ਹੁੰਦੇ ਨੇ। ਸੱਸੇ ਤੇ ਲਿਖਿਆ ਇਹਨਾਂ ਵਿੱਚੋਂ ਕੋਈ ਨਹੀਂ, ਤਾਂ ਇਹ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਨਹੀਂ, ਊੜਾ ਸਹੀ ਹੈ। ਆਪਾਂ ਊੜੇ ਤੇ ਨਿਯਮਾਂ ਦੀ, ਆਪਾਂ ਨੂੰ ਸੜਕ ਤੇ ਚੱਲਣ ਸਮੇਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 6ਵਾਂ ਕੁਐਸਚਨ ਹੈ ਬੱਚੋ, ਟ੍ਰੈਫਿਕ ਬੱਤੀਆਂ ਦਾ ਕੀ ਫਾਇਦਾ ਹੁੰਦਾ ਹੈ। ਟ੍ਰੈਫਿਕ ਬੱਤੀਆਂ ਜਿਹੜੀਆਂ ਹੁੰਦੀਆਂ ਦੇਖੀਆਂ ਨਾ ਚੌਂਕ ਤੇ ਲੱਗੀਆਂ ਹੁੰਦੀਆਂ, ਉਹਨਾਂ ਦਾ ਕੀ ਫਾਇਦਾ ਹੈ। ਊੜੇ ਤੇ ਬੱਚੋ ਲਿਖਿਆ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਂਦੀਆਂ ਹਨ। ਆਵਾਜਾਈ ਕੀ ਹੁੰਦੀ ਹੈ, ਜਿਵੇਂ ਟਰੱਕਾਂ, ਟਰੱਕ ਚੱਲਦੇ ਹੈ, ਬੱਸ ਚੱਲਦੇ ਹੈ, ਹੋਰ ਵੀ ਟਰੈਕਟਰ ਚੱਲਦੇ ਹੈ,
ਉਹਨਾਂ ਨੂੰ ਆਪਾਂ ਸਾਰਿਆਂ ਨੂੰ ਆਵਾਜਾਈ ਕਹਿੰਦੇ ਆ। ਆਵਾਜਾਈ, ਉਹ ਕਹਿੰਦਾ ਆਵਾਜਾਈ ਜੇ ਟ੍ਰੈਫਿਕ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਂਦੀਆਂ ਹਨ, ਠੀਕ ਹੈ ਇਹ। ਐੜੇ ਤੇ ਰੰਗਾਂ ਦੀ ਪਛਾਣ ਕਰਾਉਂਦੀਆਂ ਹਨ। ਰੰਗਾਂ ਦੀ ਪਹਿਚਾਣ ਤਾਂ ਨਹੀਂ ਹੁੰਦੀ, ਟ੍ਰੈਫਿਕ ਬੱਤੀਆਂ ਉਹ ਥੋੜੀ ਦੱਸਦੀਆਂ। ਈੜੀ ਤੇ ਲਿਖਿਆ ਸੋਹਣੀਆਂ ਲੱਗਦੀਆਂ ਹਨ। ਸੱਸੇ ਤੇ ਲਿਖਿਆ ਕੋਈ ਫਾਇਦਾ ਨਹੀਂ। ਤਾਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਂਦੀਆਂ ਹਨ। ਊੜਾ ਉੱਤਰ ਬੱਚੋਂ ਸਹੀ ਹੈ। 7ਵਾਂ ਪ੍ਰਸ਼ਨ ਹੈ, ਮੀਨੂ ਅਤੇ ਟਿੰਕੂ ਕਿਸ ਕੋਲ ਗਏ ਸਨ? ਤਾਂ ਇਹ ਚੈਪਟਰ ਪੜ੍ਹਿਆ ਸੀ ਨਾ, ਮੀਨੂ ਅਤੇ ਟਿੰਕੂ ਕਿਸ ਕੋਲ ਗਏ ਸਨ? ਤੁਹਾਡੇ ਪਾਠ 'ਚ ਆਇਆ ਸੀ। ਕਿਹਦੇ ਕੋਲੇ ਗਏ ਸੀ? ਉਹ ਚੰਡੀਗੜ੍ਹ ਗਏ ਸੀ ਨਾ, ਜਿੱਥੇ ਟ੍ਰੈਫਿਕ ਬੱਤੀਆਂ ਬਾਰੇ ਵੀ ਦਿੱਤਾ ਸੀਗਾ। ਉਹ ਆਪਣੇ ਮਾਮੇ ਕੋਲ ਗਏ ਸਨ। ਊੜੇ ਤੇ ਕੀ ਲਿਖਿਆ? ਮਾਮੇ ਕੋਲ। ਐੜੇ ਤੇ ਕੀ ਲਿਖਿਆ? ਚਾਚੇ ਕੋਲ। ਈੜੀ ਤੇ ਭੂਆ ਕੋਲ। ਸੱਸੇ ਤੇ ਤਾਏ ਕੋਲ। ਤਾਂ ਕਿਹਦੇ ਕੋਲੇ ਗਏ ਸੀ ਉਹ? ਮਾਮੇ ਕੋਲ। ਆਪਾਂ ਊੜੇ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ। ਅੱਗੇ ਚੱਲਦੇ ਹਾਂ ਬੱਚਿਓ ਆਪਾਂ 8ਵੇਂ ਪ੍ਰਸ਼ਨ ਦੇ ਉੱਪਰ। 8ਵਾਂ ਪ੍ਰਸ਼ਨ ਹੈ, ਮੀਨੂ ਦੇ ਨਾਲ ਕੌਣ ਗਿਆ ਸੀ? ਮੀਨੂ ਦੇ ਨਾਲ ਕੌਣ ਗਿਆ ਸੀ? ਉੱਪਰ ਹੀ ਆਇਆ ਸੀ ਨਾ ਹਲੇ 7ਵੇਂ ਪ੍ਰਸ਼ਨ 'ਚ, ਮੀਨੂ ਅਤੇ ਟਿੰਕੂ। ਤਾਂ ਟਿੰਕੂ ਗਿਆ ਸੀ ਨਾ। ਤਾਂ ਊੜੇ ਤੇ ਦੇਖੋ ਉੱਤਰ ਦੇ ਵਿੱਚ ਕੀ ਲਿਖਿਆ? ਮਿੱਠੂ। ਐੜੇ ਤੇ ਟਿੰਕੂ। ਈੜੀ ਤੇ ਮੀਨਾ। ਸੱਸੇ ਤੇ ਭੋਲੀ। ਤਾਂ ਕੌਣ ਗਿਆ ਸੀ ਮੀਨੂ ਦੇ ਨਾਲ? ਦੱਸੋ ਕੌਣ ਗਿਆ ਸੀ? ਹੁਣੇ ਬੋਲਿਆ ਸੀ ਨਾ, ਟਿੰਕੂ ਗਿਆ ਸੀ। 9ਵਾਂ ਪ੍ਰਸ਼ਨ ਹੈ, ਹਾਣ ਸ਼ਬਦ ਦਾ ਅਰਥ ਹੈ। ਹਾਣ ਦਾ ਬੋਲੋ। ਤੁਸੀਂ ਕਲਾਸ ਦੇ ਵਿੱਚ ਬੋਲਦੇ ਵੀ ਹੋ, ਵੈਸੇ ਵੀ ਬੋਲਦੇ ਹੋ ਵੀ ਆਹ ਮੇਰਾ ਹਾਣੀ ਹੈ। ਉਹਦਾ ਮਤਲਬ ਕੀ ਹੁੰਦਾ? ਇੱਕੋ ਜਿਹੀ ਉਮਰ ਵਾਲਾ। ਊੜੇ ਤੇ ਕੀ ਲਿਖਿਆ? ਦੇਖੋ ਇੱਕੋ ਜਿਹੀ ਉਮਰ। ਐੜੇ ਤੇ ਵੱਖ-ਵੱਖ ਉਮਰ। ਈੜੀ ਤੇ ਬਚਪਨ। ਸੱਸੇ ਤੇ ਇਹਨਾਂ ਵਿੱਚੋਂ ਕੁਝ ਨਹੀਂ, ਕੋਈ ਨਹੀਂ। ਤਾਂ ਕੀ ਆਊਗਾ ਉੱਤਰ? ਇੱਕੋ ਜਿਹੀ ਉਮਰ। ਊੜੇ ਤੇ ਸਹੀ ਦੀ ਨਿਸ਼ਾਨੀ। 10ਵਾਂ ਪ੍ਰਸ਼ਨ ਹੈ, ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ? ਤਾਂ ਬੱਚੋ ਇੱਥੇ ਤੁਹਾਡੀ ਕਿਤਾਬ ਦੇ ਵਿੱਚ ਨਾ ਪੈਰ 'ਚ ਹਾਹਾ ਪੱਪੇ ਦੇ ਪਾ ਰੱਖਿਆ, ਅੜਾੜੇ ਦੇ ਪੈਰ 'ਚ ਆਣਾ, ਠੀਕ ਕਰ ਲਿਓ। ਪੜ੍ਹਦਾ ਸੀ, ਕਿਹੜੀ ਜਮਾਤ 'ਚ ਪੜ੍ਹਦਾ ਸੀ? ਤੁਸੀਂ ਕਿਹੜੀ ਜਮਾਤ 'ਚ ਪੜ੍ਹਦੇ ਹੋ? ਜਿਹੜੇ ਬੱਚੇ ਇਹ ਕਰ ਰਹੇ ਹੋ, ਕਿਹੜੀ ਕਲਾਸ ਦਾ ਆਪਾਂ ਕਰ ਰਹੇ ਹਾਂ? ਤੀਜੀ ਜਮਾਤ ਨਾ। ਤਾਂ ਦੀਪੂ ਵੀ ਤੀਜੀ ਜਮਾਤ 'ਚ ਪੜ੍ਹਦਾ ਸੀ। ਊੜੇ ਤੇ ਤੀਜੀ ਲਿਖਿਆ। ਐੜੇ ਤੇ ਪੰਜਵੀਂ। ਈੜੀ ਤੇ ਦੂਜੀ। ਸੱਸੇ ਤੇ ਚੌਥੀ। ਤਾਂ ਤੀਜੀ ਤੇ ਆਪਾਂ ਸਹੀ ਦੀ ਨਿਸ਼ਾਨੀ ਲਾਵਾਂਗੇ। ਅੱਗੇ ਬੱਚੋ ਤੁਹਾਡਾ 11ਵਾਂ ਪ੍ਰਸ਼ਨ ਹੈ, ਸਵੇਰ ਦਾ ਉਲਟ ਸ਼ਾਮ ਹੈ। ਤਾਂ ਅੰਤ ਦਾ ਉਲਟ। ਹੁਣ ਉਹ ਕਹਿੰਦਾ ਸਵੇਰ ਦਾ ਉਲਟ ਕੀ ਹੈ? ਮਤਲਬ ਸਵੇਰ ਤਾਂ ਸ਼ਾਮ। ਤਾਂ ਅੰਤ ਦਾ ਕੀ ਹੋਊ? ਜੇ ਅੰਤ ਹੈ ਤਾਂ ਸ਼ੁਰੂ। ਊੜੇ ਤੇ ਹੀ ਪਿਆ ਦੇਖੋ, ਸ਼ੁਰੂ ਲਿਖਿਆ ਹੋਇਆ, ਇਹ ਆ ਜਾਊਗਾ। ਪਰ ਬਾਕੀ ਆਪਸ਼ਨਸ ਵੀ ਆਪਾਂ ਪੜ੍ਹ ਲੈਣੀਆਂ। ਐੜੇ ਤੇ ਦੇਖੋ ਲਿਖਿਆ ਖਤਮ। ਈੜੀ ਤੇ ਲਿਖਿਆ ਕੱਲ। ਸੱਸੇ ਤੇ ਲਿਖਿਆ ਪਰਸੋਂ। ਤੇ ਇਹਨਾਂ ਚੋਂ ਪਹਿਲਾ ਹੀ ਸਹੀ ਸੀ, ਸ਼ੁਰੂ। 12ਵੇਂ ਤੇ ਲਿਖਿਆ ਬੱਚੋ, ਦੇਵਕੀ ਦੇ ਅੱਗੇ ਕੌਣ ਖੜੀ ਜਾਂ ਖੜਾ ਸੀ? ਦੇਵਕੀ ਦੇ ਅੱਗੇ ਕੌਣ ਖੜਾ ਸੀ? ਉਹਦੇ 'ਚ ਆਇਆ ਸੀ ਨਾ, ਵਿੱਕੀ ਅਵਤਾਰ ਦੇ ਪਿੱਛੇ ਖਲੋਤੀ। ਇਹਦੇ 'ਚ ਆਇਆ ਸੀ ਜਿਹੜੀ ਤੁਸੀਂ ਰੇਲ ਗੱਡੀ ਵਾਲੀ ਕੀਤੀ ਹੈ। ਤਾਂ ਹੁਣ ਇਹਦੇ 'ਚ ਦੇਖੋ ਆਪਾਂ ਊੜੇ ਤੇ ਲਿਖਿਆ ਰੌਣਕੀ। ਰੌਣਕੀ ਤਾਂ ਨਹੀਂ ਸੀ ਦੇਵਕੀ ਦੇ ਅੱਗੇ। ਅਵਤਾਰ ਖੜਾ ਸੀ। ਈੜੀ ਵਿੱਕੀ ਤੇ ਵਿੱਕੀ ਕੌਮਾ ਫਿਰ ਅਵਤਾਰ ਲਿਖਿਆ ਹੋਇਆ ਸੀ, ਤਾਂ ਇਹਦਾ ਮਤਲਬ ਅਵਤਾਰ ਹੈ। ਸੱਸੇ ਤੇ ਵੀ ਅਵਤਾਰ ਲਿਖਿਆ ਬੇਟੇ, ਦੋ ਜਗ੍ਹਾ ਤੇ ਲਿਖਿਆ, ਤਾਂ ਤੁਸੀਂ ਐੜੇ ਤੇ ਸਹੀ ਦੀ ਨਿਸ਼ਾਨੀ ਲਗਾ ਲਓਗੇ। ਹੁਣ ਇਹ ਵਾਲਾ ਦੇਖੋ 14ਵਾਂ ਪ੍ਰਸ਼ਨ ਹੈ, ਇਹ ਤੁਸੀਂ ਲਿਖਣਾ ਹੈ ਇਹਦੇ 'ਚ ਸਹੀ, ਕਿਉਂਕਿ ਇਹ ਪ੍ਰਸ਼ਨ ਥੋੜਾ ਛੋਟਾ ਕਾਪੀ ਦੇ ਉੱਪਰ ਲਿਖਣ ਵਾਲਾ ਹੈ, ਕਿਤਾਬ ਦੇ ਉੱਪਰ ਹੀ। ਕਰੀਮੂ ਕਿਉਂ ਘਾਬਰ ਗਿਆ? ਪੜ੍ਹਿਆ ਸੀ ਨਾ ਤੁਸੀਂ ਪਾਠ ਊਠ ਵਾਲਾ। ਕਰੀਮੂ ਕਿਉਂ ਘਾਬਰ ਗਿਆ ਸੀ? ਕਿਉਂਕਿ ਉਹ ਜਦੋਂ ਦੇਖਦਾ ਸੀਗਾ ਕਿੰਨੇ ਰਹਿ ਜਾਂਦੇ ਸੀ ਊਠ? 9 ਰਹਿ ਜਾਂਦੇ ਸੀ। ਤਾਂ ਇਹ ਦੇਖੋ ਇਹਦੇ 'ਚ ਆਪਾਂ ਕੀ ਲਿਖਾਂਗੇ? ਕਰੀਮੂ ਇਸ ਲਈ ਘਾਬਰ ਗਿਆ ਕਿਉਂਕਿ ਊਠ 9 ਰਹਿ ਗਏ ਸੀ। ਜਦੋਂ ਉਹ ਗਿਣਨ ਲੱਗਿਆ, ਕਿੰਨੇ ਊਠ ਰਹਿ ਗਏ ਸੀ? 9 ਊਠ ਰਹਿ ਗਏ ਸੀ। ਅੱਗੇ ਅਗਲਾ ਪੇਜ ਕਰਾਂਗੇ ਬੇਟੇ ਆਪਾਂ। ਸਾਰੇ ਬੱਚੇ ਆਪਣਾ ਪੇਜ 4 ਨੰਬਰ ਖੋਲ ਲਓ। 4 ਨੰਬਰ ਪੇਜ ਦੇ ਉੱਪਰ ਤੁਹਾਡਾ 15ਵਾਂ ਪ੍ਰਸ਼ਨ ਹੈ। 15ਵੇਂ ਪ੍ਰਸ਼ਨ 'ਚ ਕਹਿੰਦਾ ਹੈ, ਬਿਰਖੂ ਬਹੁਤ ਖੁਸ਼ ਕਿਉਂ ਸੀ? ਕਿਉਂ ਸੀ ਬਿਰਖੂ ਬਹੁਤ ਖੁਸ਼? ਲੱਕੜਹਾਰੇ ਵਾਲੇ 'ਚ ਆਇਆ ਸੀ ਨਾ ਪਾਠ 'ਚ, ਕਿਉਂਕਿ ਉਹਦੀ ਜਿਹੜੀ ਪਹਿਲਾਂ ਕੁਹਾੜੀ ਗਿਰ ਗਈ ਸੀਗੀ ਦਰਿਆ ਦੇ ਵਿੱਚ। ਤਾਂ ਬਿਰਖੂ ਬਹੁਤ ਖੁਸ਼ ਸੀ ਕਿਉਂਕਿ
ਉਸ ਨੂੰ ਸਾਰੀਆਂ ਕੁਹਾੜੀਆਂ ਮਿਲ ਗਈਆਂ ਸਨ। ਤਾਂ ਸਾਰੀਆਂ ਕੁਹਾੜੀਆਂ ਆਪਾਂ ਇੰਨਾ ਹੀ ਲਿਖਣਾ ਇੱਥੇ। ਵੈਸੇ ਤੁਹਾਨੂੰ ਪਤਾ ਹੈ ਵੀ ਸਾਰੀਆਂ ਕੁਹਾੜੀਆਂ ਕਿਹੜੀਆਂ, ਸੋਨੇ ਦੀ ਵੀ ਮਿਲ ਗਈ ਸੀ, ਚਾਂਦੀ ਦੀ ਵੀ ਮਿਲ ਗਈ ਸੀ ਤੇ ਲੋਹੇ ਦੀ ਵੀ, ਪਰ ਉਹਦੀ ਆਪਣੀ ਲੋਹੇ ਦੀ ਸੀ। ਪਰ ਉਹਨੂੰ ਉਹਦੀ ਸੱਚਾਈ ਦੇਖ ਕੇ ਦਰਿਆ ਨੇ ਉਹਨੂੰ ਤਿੰਨੇ ਕੁਹਾੜੀਆਂ ਦੇਤੀਆਂ ਸੀ। 16ਵਾਂ ਪ੍ਰਸ਼ਨ ਹੈ, ਟ੍ਰੈਫਿਕ ਬੱਤੀਆਂ ਦਾ ਕੀ ਫਾਇਦਾ ਹੁੰਦਾ ਹੈ? ਦੱਸੋ ਟ੍ਰੈਫਿਕ ਬੱਤੀਆਂ ਦਾ ਕੀ ਫਾਇਦਾ ਹੁੰਦਾ ਹੈ? ਟ੍ਰੈਫਿਕ ਬੱਤੀਆਂ ਨਾਲ ਸੜਕ ਉੱਤੇ ਕੋਈ ਦੁਰਘਟਨਾ ਨਹੀਂ ਹੁੰਦੀ। ਪੜ੍ਹਿਆ ਸੀ ਨਾ, ਜੇ ਆਵਾਜਾਈ ਵੀ ਆਪਾਂ ਪਹਿਲਾ ਪ੍ਰਸ਼ਨ ਆਇਆ, ਆਵਾਜਾਈ ਸਹੀ ਚੱਲਦੀ ਹੈ। ਟ੍ਰੈਫਿਕ ਬੱਤੀਆਂ ਜਦੋਂ ਹੁੰਦੀਆਂ ਨੇ, ਸਾਨੂੰ ਗਲਤ ਨਿਯਮਾਂ ਦਾ ਜਿਹੜਾ ਸਾਨੂੰ ਟ੍ਰੈਫਿਕ ਬੱਤੀਆਂ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 17ਵਾਂ ਪ੍ਰਸ਼ਨ ਹੈ ਤੁਹਾਡਾ, ਜੇਕਰ ਸੜਕ ਖਾਲੀ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ, ਫਿਰ ਅੱਧੀ ਸੜਕ ਪਾਰ ਕਰਨ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ। ਠੀਕ ਹੈ ਬੱਚੋ, ਇਹ ਲਿਖਣਾ ਹੈ। 18ਵਾਂ ਪ੍ਰਸ਼ਨ ਹੈ, ਰੁੱਖਾਂ ਤੋਂ ਸਾਨੂੰ ਕੀ ਕੀ ਮਿਲਦਾ ਹੈ? 5 ਸਤਰਾਂ ਲਿਖੋ। ਕੀ ਦਿੰਦੇ ਹਨ ਸਾਨੂੰ? ਰੁੱਖ ਸਾਨੂੰ ਫਲ ਫੁੱਲ ਦਿੰਦੇ ਹਨ, ਰੁੱਖ ਸਾਨੂੰ ਲੱਕੜ ਦਿੰਦੇ ਹਨ, ਰੁੱਖ ਸਾਨੂੰ ਜੜੀਆਂ ਬੂਟੀਆਂ ਦਿੰਦੇ ਹਨ, ਰੁੱਖ ਸਾਨੂੰ ਛਾਵਾਂ ਦਿੰਦੇ ਹਨ। ਜਦੋਂ ਬੇਟੇ ਤੁਸੀਂ ਐਂ ਲਾਈਨਾਂ ਲਿਖਣੀਆਂ ਹੈ ਤਾਂ ਡੰਡੀਆਂ ਜ਼ਰੂਰ ਲਗਾਉਣੀਆਂ ਪਿੱਛੇ। ਜਿਵੇਂ ਆਹ ਡੰਡੀ ਲਗਾਈ ਹੋਈ ਹੈ ਨਾ, ਇੱਥੇ ਵੀ ਲਗਾਈ ਹੋਈ ਹੈ, ਇੱਥੇ ਵੀ ਲਗਾਈ ਹੋਈ ਹੈ, ਇਹਦੇ 'ਚ ਵੀ ਜਦੋਂ ਆਪਣਾ ਵਾਕ ਖਤਮ ਹੁੰਦਾ ਆਪਾਂ ਡੰਡੀ ਲਗਾਉਂਦੇ ਹਾਂ। 19ਵਾਂ ਪ੍ਰਸ਼ਨ ਹੈ ਤੁਹਾਡਾ, ਇਸ ਤਸਵੀਰ ਦੇ ਬਾਰੇ 5 ਸਤਰਾਂ ਲਿਖੋ। ਆ ਤਸਵੀਰ ਦਿਖ ਰਹੀ ਹੈ ਨਾ, ਇਹ ਤਸਵੀਰ ਕਿਹਦੀ ਹੈ? ਬਿਰਖੂ ਲੱਕੜਹਾਰੇ ਦੀ ਸੀ ਨਾ। ਤਾਂ ਉਹਦੇ 'ਚੋਂ ਤੁਸੀਂ ਜਿਹੜੇ ਤੁਹਾਨੂੰ ਲੱਗਦਾ ਹੈ ਵੀ ਸਾਨੂੰ ਸਹੀ ਲਿਖਣੇ ਆਉਂਦੇ ਆ ਔਰ ਪ੍ਰੋਪਰ ਲਾਈਨਾਂ ਵੀ ਬਣ ਜਾਣ, ਉਹ ਲਿਖਣੀ ਹੈ। ਤਾਂ ਇਹਦੇ 'ਚ ਆਪਾਂ ਇੱਥੇ ਲਿਖਿਆ, ਬਿਰਖੂ ਇੱਕ ਲੱਕੜਹਾਰਾ ਸੀ। ਦਿਖ ਰਿਹਾ ਨਾ ਤੇ ਲੱਕੜਹਾਰਾ, ਉਹ ਸਾਰਾ ਦਿਨ ਮਿਹਨਤ ਕਰਦਾ ਸੀ। ਬਿਰਖੂ ਮਿਹਨਤੀ ਹੋਣ ਦੇ ਨਾਲ ਨਾਲ ਕੀ ਸੀ? ਸੱਚਾ ਵੀ ਸੀ। ਉਸ ਕੋਲ ਲੋਹੇ ਦੀ ਕੁਹਾੜੀ ਸੀ। ਇੱਕ ਦਿਨ ਉਸ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿੱਚ ਜਾ ਡਿੱਗੀ। ਤਾਂ ਇੰਨਾ ਬੇਟੇ ਆਪਾਂ ਲਾਈਨਾਂ ਇੱਥੇ ਲਿਖ ਦੇਣੀਆਂ। ਅੱਗੇ ਫਿਰ ਉਹਨੇ ਕਿਹਾ, ਇਸ ਤਸਵੀਰ ਬਾਰੇ 5 ਸਤਰਾਂ ਲਿਖੋ। ਤਾਂ ਹੁਣ ਇਹ ਤਸਵੀਰ ਕਿਹੜੀ ਹੈ? ਸੜਕ ਦੇ ਨਿਯਮਾਂ ਵਾਲੀ ਹੈ ਨਾ, ਜਿਹਦੇ 'ਚ ਉਹ ਗਿਆ ਸੀਗਾ ਆਪਣੇ ਮਾਮਾ ਜੀ ਦੇ ਕੋਲ, ਚੰਡੀਗੜ੍ਹ ਗਿਆ ਸੀ। ਸਿਮਰਨ ਉਹਨਾਂ ਨੂੰ ਲੈ ਕੇ ਗਿਆ ਸੀ ਨਾ, ਫਿਰ ਉੱਥੇ ਉਹਨਾਂ ਨੇ ਦੇਖਿਆ ਸੀ। ਚਲੋ ਇਹਦੇ ਬਾਰੇ ਆਪਾਂ ਲਿਖਦੇ ਹਾਂ, ਸਾਨੂੰ ਸੜਕ ਉੱਤੇ ਸਦਾ ਆਪਣੇ ਖੱਬੇ ਹੱਥ ਚੱਲਣਾ ਚਾਹੀਦਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੈ ਨਾ। ਸੜਕ ਪਾਰ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਜੇਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ। ਚੌਂਕ ਵਿੱਚ ਪੈਦਲ ਚੱਲਣ ਵਾਲਿਆਂ ਲਈ ਸੜਕ ਉੱਤੇ ਜ਼ੈਬਰਾ ਕ੍ਰਾਸਿੰਗ ਦਾ ਨਿਸ਼ਾਨ ਲੱਗਿਆ ਹੁੰਦਾ ਹੈ। ਤੇ ਜ਼ੈਬਰਾ ਕ੍ਰਾਸਿੰਗ ਦੇਖੋ ਬੱਚੋ, ਆ ਬਣੀ ਹੋਈ ਹੈ ਨਾ, ਇਹਨੂੰ ਜ਼ੈਬਰਾ ਕ੍ਰਾਸਿੰਗ ਕਹਿੰਦੇ ਆ। ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ, ਇਹ ਜਿਹੜੇ ਸੜਕ ਦੇ ਉੱਪਰ ਪੈਦਲ ਚੱਲਣ ਵਾਲਿਆਂ ਵਾਸਤੇ ਹੁੰਦੀ ਹੈ ਬਣੀ ਹੋਈ। ਅੱਛਾ ਬੱਚੋ, ਤੁਹਾਡੀ ਇਹ ਵਰਕਸ਼ੀਟ ਨੰਬਰ 2 ਆਪਾਂ ਕੰਪਲੀਟ ਕਰ ਲਈ ਹੈ। ਸਾਰੇ ਬੱਚਿਆਂ ਨੇ ਆਪਣੀ ਕਾਪੀ ਦੇ ਉੱਪਰ ਇਹਨੂੰ ਕੰਪਲੀਟ ਕਰਨਾ ਹੈ ਔਰ ਇਹਨੂੰ ਚੰਗੀ ਤਰ੍ਹਾਂ ਸਾਫ਼ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਹੈ। ਜਿੱਥੇ ਪੈਰ ਦੇ ਵਿੱਚ ਬਿੰਦੀ ਹੈ ਉਹਨਾਂ ਦਾ ਧਿਆਨ ਰੱਖਣਾ ਹੈ। ਚਲੋ ਬੱਚੋ, ਆਪਾਂ ਓਕੇ ਨੈਕਸਟ ਵੀਡੀਓ 'ਚ ਮਿਲਦੇ ਹਾਂ। ਥੈਂਕ ਯੂ।